ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹਾਂ ਅੱਜ ਦੀ ਨਵੀਂ ਕਹਾਣੀ ਦੇ ਨਾਲ। ਵਿਆਹ ਵਾਲੇ ਦਿਨ ਮੈਨੂੰ ਆਪਣੀ ਸਾਲੀ ਪਸੰਦ ਆ ਗਈ। ਵਿਆਹ ਵਾਲੀ ਰਾਤ ਮੈਂ ਆਪਣੀ ਪਤਨੀ ਨੂੰ ਇੱਕ ਤਹਿਖਾਨੇ ਵਿੱਚ ਬੰਦ ਕਰ ਦਿੱਤਾ ਤੇ ਰੌਲਾ ਪਾ ਦਿੱਤਾ ਕਿ ਉਹ ਕਿਸੇ ਲੜਕੇ ਨਾਲ ਭੱਜ ਗਈ ਤੇ ਆਪਣੇ ਸਹੁਰੇ ਵਾਲਿਆਂ ਨੂੰ ਕਿਹਾ ਕਿ ਇਹ ਮੇਰੀ ਇੱਜ਼ਤ ਦਾ ਸਵਾਲ ਆ। ਲੋਕਾਂ ਨੂੰ ਪਤਾ ਲੱਗੂ ਤਾਂ ਲੋਕ ਮੇਰੇ ਤੇ ਉਂਗਲੀ ਉਠਾਉਣਗੇ ਕਿ ਇਸ ਦੀ ਪਤਨੀ ਇਸ ਨੂੰ ਛੱਡ ਕੇ ਭੱਜ ਗਈ। ਇਸ ਕਰਕੇ ਤੁਸੀਂ ਮੇਰਾ ਵਿਆਹ ਆਪਣੀ ਦੂਜੀ ਬੇਟੀ ਨਾਲ ਕਰਵਾ ਦਿਓ। ਮੈਂ ਖੁਸ਼ੀ-ਖੁਸ਼ੀ ਆਪਣੇ ਕਮਰੇ ਵਿੱਚ ਗਿਆ। ਜਦੋਂ ਮੈਂ ਉਸ ਦਾ ਦੁਪੱਟਾ ਉਸ ਦੇ ਮੂੰਹ ਤੋਂ ਚੁੱਕਿਆ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ, ਕਿਉਂਕਿ ਉਹ ਤਾਂ ਮੈਂ ਆਪਣਾ ਦੇਸ਼ ਛੱਡ ਕੇ ਵਿਦੇਸ਼ ਵਿੱਚ ਨੌਕਰੀ ਕਰਦਾ ਸੀ। ਜਦੋਂ ਮੈਂ ਕੁਝ ਦਿਨਾਂ ਲਈ ਘਰੇ ਵਾਪਸ ਆਇਆ ਤਾਂ ਮੇਰੀ ਮਾਂ ਨੇ ਮੇਰੇ ਵਿਆਹ ਦੀ ਫਿਕਰ ਕਰਨ ਲੱਗੀ। ਕੁਝ ਦਿਨਾਂ ਬਾਅਦ ਉਹਨਾਂ ਨੇ ਮੇਰਾ ਵਿਆਹ ਮਾਹੀ ਨਾਮ ਦੀ ਲੜਕੀ ਨਾਲ ਤੈਅ ਕਰਵਾ ਦਿੱਤਾ। ਮਾਂ ਨੇ ਮੈਨੂੰ ਦੱਸਿਆ ਕਿ ਮਾਹੀ ਹੋਣੀ 2 ਭੈਣਾਂ ਹਨ, ਇੱਕ ਮਾਹੀ ਤੇ ਉਸ ਦੀ ਛੋਟੀ ਭੈਣ ਰੂਹੀ। ਮਾਹੀ ਬਹੁਤ ਹੀ ਖੂਬਸੂਰਤ ਤੇ ਗੋਰੀ ਚਿੱਟੀ ਹੈ। ਮੇਰੀ ਮਾਂ ਆਪਣੀ ਬਹੂ ਦੀ ਬਹੁਤ ਹੀ ਤਾਰੀਫ ਕਰ ਰਹੀ ਸੀ, ਪਰ ਸੱਚਾਈ ਕੀ ਸੀ ਇਹ ਤਾਂ ਉਸ ਨੂੰ ਵੇਖਣ ਦੇ ਬਾਅਦ ਹੀ ਪਤਾ ਲੱਗਣਾ ਸੀ। ਮੇਰਾ ਵਿਆਹ ਬਹੁਤ ਹੀ ਜਲਦਬਾਜ਼ੀ ਵਿੱਚ ਹੋ ਰਿਹਾ ਸੀ, ਇਸ ਕਰਕੇ ਮੈਨੂੰ ਲੜਕੀ ਦੇਖਣ ਦਾ ਮੌਕਾ ਹੀ ਨਹੀਂ ਮਿਲਿਆ। ਜਦੋਂ ਮੈਂ ਵਿਦੇਸ਼ ਵਿੱਚ ਸੀ ਉਦੋਂ ਹੀ ਲੜਕੀ ਵੇਖ ਲਈ ਸੀ। ਮੈਨੂੰ ਮੇਰੇ ਮਾਂ-ਬਾਪ ਤੇ ਕਿਤੇ ਪੂਰਾ ਵਿਸ਼ਵਾਸ ਸੀ। ਮੈਨੂੰ ਸੀ ਕਿ ਉਹ ਮੇਰੇ ਲਈ ਵਧੀਆ ਹੀ ਲੜਕੀ ਚੁਣਨਗੇ। ਦੋਨਾਂ ਘਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਸੀ। ਮੇਰੀ ਮਾਂ ਨੇ ਮੈਨੂੰ ਲੜਕੀ ਦਾ ਨੰਬਰ ਦਿੱਤਾ ਅਤੇ ਕਿਹਾ ਕਿ ਤੂੰ ਲੜਕੀ ਨਹੀਂ ਵੇਖੀ ਕੋਈ ਗੱਲ ਨਹੀਂ, ਕਿਉਂਕਿ ਲੜਕੀ ਬਹੁਤ ਹੀ ਖੂਬਸੂਰਤ ਆ, ਪਰ ਵਿਆਹ ਤੋਂ ਪਹਿਲਾਂ ਹੋਣ ਵਾਲੀ ਪਤਨੀ ਨਾਲ ਗੱਲ ਕਰ ਲੈ। ਮਾਂ ਨੇ ਜਦੋਂ ਮੇਰੀ ਹੋਣ ਵਾਲੀ ਪਤਨੀ ਦਾ ਨੰਬਰ ਦਿੱਤਾ ਤਾਂ ਮੈਂ ਉਹ ਨੰਬਰ ਸੰਭਾਲ ਕੇ ਰੱਖ ਲਿਆ। ਮੈਂ ਸੋਚਿਆ ਮੇਰਾ ਵਿਆਹ ਜਲਦਬਾਜ਼ੀ ਵਿੱਚ ਹੋ ਰਿਹਾ ਆ, ਪਰ ਇੱਕ ਵਾਰ ਮੈਂ ਉਸ ਨਾਲ ਜ਼ਰੂਰ ਫੋਨ ਤੇ ਗੱਲ ਕਰਾਂਗਾ। ਪਰ ਵਿਆਹ ਦੀਆਂ ਤਿਆਰੀਆਂ ਵਿੱਚ ਮੈਨੂੰ ਸਮਾਂ ਹੀ ਨਹੀਂ ਮਿਲਿਆ ਕਿ ਮੈਂ ਉਸ ਨਾਲ ਫੋਨ ਤੇ ਗੱਲ ਕਰਾਂ। ਮੈਂ ਘਰ ਦਾ ਇਕਲੌਤਾ ਪੁੱਤਰ ਸੀ, ਇਸ ਕਰਕੇ ਸਾਰੀ ਜ਼ਿੰਮੇਵਾਰੀ ਮੇਰੇ ਉੱਪਰ ਹੀ ਸੀ। ਮੇਰਾ ਵਿਆਹ ਇੰਨੀ ਜਲਦਬਾਜ਼ੀ ਵਿੱਚ ਹੋ ਰਿਹਾ ਸੀ ਕਿ ਮੈਂ ਮਾਹੀ ਦੀ ਕੋਈ ਤਸਵੀਰ ਵੀ ਨਹੀਂ ਵੇਖੀ ਸੀ। ਮੈਂ ਸਭ ਕੁਝ ਆਪਣੇ ਮਾਂ-ਬਾਪ ਉੱਤੇ ਛੱਡ ਦਿੱਤਾ ਸੀ। ਇਹੀ ਮੇਰੀ ਸਭ ਤੋਂ ਵੱਡੀ ਗਲਤੀ ਸੀ। ਇੱਕ ਦਿਨ ਮੈਂ ਮਾਰਕੀਟ ਵਿੱਚ ਆਪਣੇ ਦੋਸਤ ਨਾਲ ਸਮਾਨ ਲੈਣ ਗਿਆ ਤਾਂ ਉਸਨੇ ਕਿਹਾ, ਤੂੰ ਭਾਬੀ ਨੂੰ ਮੂੰਹ ਦਿਖਾਈ ਤੇ ਕੀ ਦੇਵੇਂਗਾ? ਮੈਂ ਕਿਹਾ, ਮੈਂ ਤਾਂ ਉਸ ਨਾਲ ਹਜੇ ਗੱਲ ਤੱਕ ਨਹੀਂ ਕੀਤੀ। ਮੈਨੂੰ ਉਸ ਦੀ ਪਸੰਦ ਨਾ ਪਸੰਦ ਬਾਰੇ ਕੁਝ ਨਹੀਂ ਪਤਾ। ਉਸਨੇ ਕਿਹਾ, ਇਸ ਵਿੱਚ ਕੀ ਆ, ਤੂੰ ਉਸ ਨੂੰ ਫੋਨ ਕਰਕੇ ਪੁੱਛ ਲੈ। ਮੇਰੇ ਕੋਲ ਨੰਬਰ ਸੀ। ਮੈਂ ਸੜਕ ਦੇ ਕਿਨਾਰੇ ਖੜ ਕੇ ਉਸ ਨੂੰ ਫੋਨ ਮਿਲਾਉਣ ਲੱਗਿਆ। ਮੇਰੇ ਫੋਨ ਮਿਲਾਉਂਦੇ ਹੀ ਥੋੜ੍ਹੀ ਦੂਰ ਮੋਬਾਈਲ ਦੀ ਘੰਟੀ ਵੱਜਣ ਦੀ ਆਵਾਜ਼ ਆਈ। ਪਿੱਛੇ ਮੁੜ ਕੇ ਵੇਖਿਆ ਤਾਂ 2 ਕੁੜੀਆਂ ਪਾਰਲਰ ਦੇ ਸਾਹਮਣੇ ਖੜੀਆਂ ਗੱਲਾਂ ਕਰ ਰਹੀਆਂ ਸੀ। ਉਹਨਾਂ ਵਿੱਚੋਂ ਇੱਕ ਕੁੜੀ ਦੇ ਹੱਥ ਵਿੱਚ ਫੋਨ ਦੀ ਘੰਟੀ ਵੱਜ ਰਹੀ ਸੀ। ਉਸਨੇ ਫੋਨ ਰਿਸੀਵ ਕੀਤਾ ਤੇ ਹੈਲੋ ਕਿਹਾ। ਮੈਂ ਹੈਰਾਨ ਹੋ ਕੇ ਪਿੱਛੇ ਮੁੜ ਕੇ ਉਹਨਾਂ ਨੂੰ ਵੇਖਣ ਲੱਗਾ। ਜਿਸ ਕੁੜੀ ਨੇ ਫੋਨ ਚੁੱਕਿਆ ਸੀ ਉਹ ਕੁੜੀ ਬਹੁਤ ਹੀ ਖੂਬਸੂਰਤ ਸੀ। ਪਹਿਲੀ ਨਜ਼ਰ ਨਾਲ ਹੀ ਮੈਂ ਆਸ਼ਿਕ ਹੋ ਗਿਆ। ਮੈਂ ਉਸ ਨੂੰ ਵੇਖਦੇ ਹੀ ਰੱਬ ਅੱਗੇ ਅਰਦਾਸ ਕਰਨ ਲੱਗਿਆ ਕਿ ਹੇ ਰੱਬਾ, ਇਹ ਕੁੜੀ ਮਾਹੀ ਹੋਵੇ। ਉਸ ਕੁੜੀ ਨੇ ਫੋਨ ਚੁੱਕਦੇ ਹੀ ਪੁੱਛਿਆ, ਕੌਣ? ਤਾਂ ਮੈਂ ਕਿਹਾ, ਮੈਂ ਪ੍ਰਦੀਪ ਬੋਲ ਰਿਹਾ। ਮੇਰਾ ਨਾਮ ਸੁਣ ਕੇ ਉਹ ਕੁੜੀ ਕੁਝ ਟਾਈਮ ਲਈ ਚੁੱਪ ਹੋ ਗਈ। ਫਿਰ ਉਸਨੇ ਕਿਹਾ, ਮੈਂ ਰੂਹੀ ਗੱਲ ਕਰ ਰਹੀ ਹਾਂ। ਰੂਹੀ ਨਾਮ ਸੁਣ ਕੇ ਮੇਰਾ ਦਿਲ ਟੁੱਟ ਕੇ ਚਕਨਾਚੂਰ ਹੋ ਗਿਆ। ਉਸਨੇ ਆਪਣੇ ਨਾਲ ਖੜੀ ਕੁੜੀ ਵੱਲ ਇਸ਼ਾਰਾ ਕੀਤਾ, ਸ਼ਾਇਦ ਮਾਹੀ ਸੀ। ਮੈਂ ਇੱਕ ਗਹਿਰੀ ਨਜ਼ਰ ਨਾਲ ਮਾਹੀ ਵੱਲ ਵੇਖਿਆ ਤਾਂ ਮਾਹੀ ਬਹੁਤ ਹੀ ਬਦਸੂਰਤ ਸੀ। ਉਹਨਾਂ ਦੋਨਾਂ ਨੇ ਆਪਸ ਵਿੱਚ ਕੀ ਗੱਲ ਕੀਤੀ ਮੈਨੂੰ ਨਹੀਂ ਪਤਾ। ਫਿਰ ਰੂਹੀ ਨੇ ਮੈਨੂੰ ਕਿਹਾ ਕਿ ਮਾਹੀ ਤੇਰੇ ਨਾਲ ਬਾਅਦ ਵਿੱਚ ਗੱਲ ਕਰੂ, ਕਿਉਂਕਿ ਅਸੀਂ ਬਾਹਰ ਕਿਤੇ ਆਏ ਹੋਏ ਹਾਂ, ਪਰ ਜੇ ਤੁਸੀਂ ਕੋਈ ਜ਼ਰੂਰੀ ਗੱਲ ਕਰਨੀ ਹੈ ਤਾਂ ਮੈਨੂੰ ਦੱਸ ਸਕਦੇ ਹੋ। ਮਾਹੀ ਨੂੰ ਵੇਖ ਕੇ ਮੇਰਾ ਦਿਲ ਇਸ ਕਦਰ ਟੁੱਟ ਗਿਆ ਕਿ ਮੈਂ ਬਿਨਾਂ ਕੁਝ ਕਹੇ ਹੀ ਫੋਨ ਬੰਦ ਕਰ ਦਿੱਤਾ ਤੇ ਚੁੱਪ ਕਰਕੇ ਉੱਥੋਂ ਨਿਕਲ ਆ ਗਿਆ। ਥੋੜ੍ਹੀ ਦੇਰ ਬਾਅਦ ਮੇਰੇ ਫੋਨ ਦੀ ਘੰਟੀ ਵੱਜਣ ਲੱਗੀ। ਮੈਂ ਵੇਖਿਆ ਉਹੀ ਨੰਬਰ ਤੋਂ ਫੋਨ ਸੀ, ਪਰ ਮਾਹੀ ਨੂੰ ਵੇਖਣ ਤੋਂ ਬਾਅਦ ਮੇਰਾ ਕਿਸੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰ ਰਿਹਾ ਸੀ। ਮੈਂ ਆਪਣਾ ਫੋਨ ਸਵਿਚ ਆਫ ਕਰ ਦਿੱਤਾ। ਮੈਂ ਮੂੰਹ ਦਿਖਾਈ ਲਈ ਵੀ ਕੋਈ ਤੋਹਫਾ ਨਾ ਲਿਆ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਮੇਰੀ ਮਾਂ ਨੇ ਮਾਹੀ ਨੂੰ ਪਸੰਦ ਕੀਤਾ। ਜਿੰਨੀਆਂ ਖੂਬੀਆਂ ਮੇਰੀ ਮਾਂ ਨੇ ਮਾਹੀ ਵਿੱਚ ਗਣਵਾਈਆਂ ਸੀ ਉਹ ਸਭ ਮੈਨੂੰ ਰੂਹੀ ਵਿੱਚ ਦਿਸ ਰਹੀਆਂ ਸੀ। ਘਰ ਆ ਕੇ ਮੈਂ ਚੁੱਪ ਕਰਕੇ ਬੈਠ ਗਿਆ। ਕਿਸੇ ਨਾਲ ਗੱਲ ਨਹੀਂ ਕਰਦਾ ਸੀ ਅਤੇ ਨਾ ਹੀ ਕੋਈ ਕੰਮ ਕਰਦਾ ਸੀ। ਵਿਆਹ ਵਿੱਚ ਸਿਰਫ 2 ਦਿਨ ਬਚੇ ਸੀ। ਮੇਰੀ ਮਾਂ ਨੇ ਖਾਮੋਸ਼ੀ ਦੇਖ ਕੇ ਪੁੱਛਿਆ, ਕੀ ਗੱਲ ਹੋਈ ਬੇਟਾ? ਤਾਂ ਮੈਂ ਆਪਣੀ ਮਾਂ ਦੇ ਆਂਚਲ ਵਿੱਚ ਸਿਰ ਰੱਖ ਕੇ ਰੋਣ ਲੱਗ ਪਿਆ।
ਮਾਂ ਨੇ ਕਿਹਾ, ਕੀ ਗੱਲ ਹੋਈ ਬੇਟਾ, ਦੱਸ ਤਾਂ ਸਹੀ। ਮੈਂ ਰੋਂਦੇ ਹੋਏ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਕਿ ਮੈਨੂੰ ਮਾਹੀ ਨਹੀਂ, ਉਸਦੀ ਛੋਟੀ ਭੈਣ ਪਸੰਦ ਆ। ਮੈਂ ਮਾਹੀ ਨਾਲ ਵਿਆਹ ਕਰਕੇ ਉਸਦੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦਾ, ਕਿਉਂਕਿ ਜੋ ਲੜਕੀ ਮੈਨੂੰ ਪਸੰਦ ਨਹੀਂ ਮੈਂ ਉਸਦੇ ਨਾਲ ਵਿਆਹ ਕਰਕੇ ਕੀ ਕਰੂੰਗਾ। ਤੁਸੀਂ ਮਾਹੀ ਦੇ ਘਰ ਫੋਨ ਕਰਕੇ ਉਹਨਾਂ ਨੂੰ ਦੱਸ ਦਿਓ, ਜੇ ਉਹਨਾਂ ਨੂੰ ਮਨਜ਼ੂਰ ਆ ਤਾਂ ਉਹ ਮੇਰਾ ਵਿਆਹ ਰੂਹੀ ਨਾਲ ਕਰਵਾ ਸਕਦੇ ਆ। ਮੇਰੀ ਮਾਂ ਇਹ ਗੱਲ ਸੁਣ ਕੇ ਬਹੁਤ ਪਰੇਸ਼ਾਨ ਹੋਈ, ਪਰ ਹਿੰਮਤ ਜਟਾ ਕੇ ਮਾਹੀ ਦੇ ਪਾਪਾ ਨੂੰ ਫੋਨ ਲਾ ਲਿਆ। ਮੇਰੇ ਬੇਟੇ ਨੂੰ ਮਾਹੀ ਨਹੀਂ ਬਲਕਿ ਤੁਹਾਡੀ ਛੋਟੀ ਬੇਟੀ ਪਸੰਦ ਆ। ਜੇ ਤੁਹਾਨੂੰ ਇਹ ਗੱਲ ਸਹੀ ਲੱਗੀ ਤਾਂ ਅਸੀਂ ਬਰਾਤ ਲੈ ਕੇ ਆ ਜਾਵਾਂਗੇ, ਨਹੀਂ ਤਾਂ ਫਿਰ ਇਹ ਵਿਆਹ ਨਹੀਂ ਹੋਵੇਗਾ। ਮਾਂ ਦੇ ਮੂੰਹ ਵਿੱਚੋਂ ਇਹ ਗੱਲਾਂ ਸੁਣਨ ਤੋਂ ਬਾਅਦ ਮਾਹੀ ਦੇ ਪਾਪਾ ਵੀ ਪਰੇਸ਼ਾਨ ਹੋ ਗਏ, ਕਿਉਂਕਿ ਉਹਨਾਂ ਨੇ ਘਰ ਵਿਆਹ ਦੀਆਂ ਤਿਆਰੀਆਂ ਕਰ ਲਈਆਂ ਸੀ। ਮਾਂ ਦੀ ਗੱਲ ਸੁਣਨ ਤੋਂ ਬਾਅਦ ਉਹਨਾਂ ਨੇ ਥੋੜਾ ਟਾਈਮ ਮੰਗਿਆ ਤੇ ਕਿਹਾ ਸ਼ਾਮ ਨੂੰ ਫੋਨ ਕਰਕੇ ਦੱਸਦੇ ਆਂ। ਫਿਰ ਸ਼ਾਮ ਨੂੰ ਉਹਨਾਂ ਦਾ ਫੋਨ ਆਇਆ ਤੇ ਉਹਨਾਂ ਨੇ ਕਿਹਾ, ਅਸੀਂ ਰੂਹੀ ਬੇਟੀ ਦਾ ਵਿਆਹ ਪ੍ਰਦੀਪ ਨਾਲ ਕਰਨ ਨੂੰ ਤਿਆਰ ਹਾਂ। ਰੂਹੀ ਨਾਲ ਮੇਰਾ ਵਿਆਹ ਹੋਵੇਗਾ। ਇਹ ਸੁਣ ਕੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਅਗਲੇ 2 ਦਿਨਾਂ ਵਿੱਚ ਅਸੀਂ ਰੂਹੀ ਦੇ ਘਰ ਬਰਾਤ ਲੈ ਕੇ ਪਹੁੰਚ ਗਏ। ਸਾਡਾ ਬਹੁਤ ਹੀ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਗਿਆ। ਮੈਂ ਬਹੁਤ ਹੀ ਖੁਸ਼ ਸੀ, ਕਿਉਂਕਿ ਜੀਵਨ ਸਾਥੀ ਨੂੰ ਲੈ ਕੇ ਮੇਰੇ ਦਿਲ ਵਿੱਚ ਜਿਹੋ ਜਿਹੀ ਤਸਵੀਰ ਸੀ, ਰੂਹੀ ਬਿਲਕੁਲ ਉਹੋ ਜਿਹੀ ਸੀ। ਜੈਮਾਲਾ ਲਈ ਮੈਨੂੰ ਸਟੇਜ ਤੇ ਲਿਆਂਦਾ ਗਿਆ। ਕੁਝ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਜਦ ਦੁਲਹਨ ਨੂੰ ਲਿਆਂਦਾ ਗਿਆ ਤਾਂ ਮੇਰੀ ਨਜ਼ਰ ਦੁਲਹਨ ਤੇ ਜਾਣੀ ਕਿ ਰੂਹੀ ਦੇ ਚਿਹਰੇ ਤੇ ਪਈ। ਉਸ ਨੂੰ ਵੇਖ ਕੇ ਮੇਰੀ ਜਾਨ ਹੀ ਨਿਕਲ ਗਈ। ਫਿਰ ਤੋਂ ਇੱਕ ਵਾਰ ਮੇਰਾ ਦਿਲ ਟੁੱਟ ਕੇ ਚਕਨਾਚੂਰ ਹੋ ਗਿਆ, ਕਿਉਂਕਿ ਇਹ ਤਾਂ ਉਹ ਲੜਕੀ ਨਹੀਂ ਸੀ ਜਿਸ ਨਾਲ ਮੈਂ ਫੋਨ ਤੇ ਗੱਲ ਕਰ ਰਿਹਾ ਸੀ, ਬਲਕਿ ਇਹ ਤਾਂ ਉਸ ਦੇ ਨਾਲ ਖੜੀ ਸੀ। ਹਜੇ ਮੈਂ ਸੋਚ ਹੀ ਰਿਹਾ ਸੀ ਕਿ ਦੁਲਹਨ ਦੇ ਰੂਪ ਵਿੱਚ ਰੂਹੀ ਆ ਕੇ ਮੇਰੇ ਸਾਹਮਣੇ ਖੜੀ ਹੋ ਗਈ। ਹੁਣ ਮੈਂ ਚਾਹ ਕੇ ਵੀ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ ਸੀ। ਜਿਹੜੀ ਰੂਹੀ ਦੇ ਨਾਲ ਖੜੀ ਸੀ ਉਹ ਮਾਹੀ ਸੀ। ਉਹ ਇੰਨੀ ਜ਼ਿਆਦਾ ਸੋਹਣੀ ਸੀ ਜਿਸ ਨੂੰ ਮਾਂ ਨੇ ਪਸੰਦ ਕੀਤਾ ਸੀ। ਮੈਂ ਮਾਂ ਦੀ ਪਸੰਦ ਤੇ ਸਵਾਲ ਉਠਾਇਆ, ਪਰ ਮਾਂ ਸਹੀ ਸੀ। ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਚੀਕ ਕੇ ਰੌਲਾ ਪਾਵਾਂ ਤੇ ਫੌਰਨ ਇਸ ਵਿਆਹ ਨੂੰ ਮਨਾ ਕਰ ਦੇਵਾਂ। ਇੰਨੇ ਨੂੰ ਰੂਹੀ ਨੇ ਮੇਰੇ ਗਲੇ ਵਿੱਚ ਜੈਮਾਲਾ ਪਾ ਦਿੱਤੀ। ਮੈਂ ਤਾਂ ਇਹ ਸਭ ਸੋਚਣ ਵਿੱਚ ਗੁੰਮ ਸੀ ਤੇ ਲੋਕ ਮੈਨੂੰ ਮਜ਼ਾਕ ਵਿੱਚ ਕਹਿ ਰਹੇ ਸੀ, ਦੁਲਹਨ ਦੇ ਚਿਹਰੇ ਵੱਲ ਹੀ ਵੇਖੀ ਜਾਏਗਾ ਜਾਂ ਜੈਮਾਲਾ ਵੀ ਪਾਵੇਂਗਾ। ਲੋਕਾਂ ਦੇ ਕਈ ਵਾਰ ਕਹਿਣ ਤੇ ਮੈਂ ਮਜਬੂਰੀ ਵਿੱਚ ਆ ਕੇ ਰੂਹੀ ਦੇ ਗਲੇ ਵਿੱਚ ਮਾਲਾ ਪਾ ਦਿੱਤੀ। ਇਸ ਤਰ੍ਹਾਂ ਕਰਦੇ ਕਰਾਉਂਦੇ ਵਿਆਹ ਹੋ ਗਿਆ ਤੇ ਰੂਹੀ ਮੇਰੀ ਪਤਨੀ ਬਣ ਕੇ ਮੇਰੇ ਘਰੇ ਆ ਗਈ। ਮੈਂ ਬਹੁਤ ਹੀ ਦੁਖੀ ਸੀ ਤੇ ਬਸ ਇਹੀ ਸੋਚ ਰਿਹਾ ਸੀ ਕਿ ਮੈਂ ਜਲਦਬਾਜ਼ੀ ਵਿੱਚ ਆ ਕੇ ਬਹੁਤ ਗਲਤ ਫੈਸਲਾ ਲੈ ਲਿਆ। ਮੈਂ ਇੱਕ ਵਾਰ ਵੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਰੂਹੀ ਕੌਣ ਅਤੇ ਮਾਹੀ ਕੌਣ। ਰੂਹੀ ਬਾਥਰੂਮ ਵਿੱਚੋਂ ਕੱਪੜੇ ਚੇਂਜ ਕਰਕੇ ਆ ਰਹੀ ਸੀ ਤਾਂ ਮੈਂ ਉਸਦੇ ਖਾਣੇ ਵਿੱਚ ਬੇਹੋਸ਼ੀ ਦੀ ਦਵਾਈ ਮਿਲਾ ਦਿੱਤੀ। ਮੇਰੇ ਕਮਰੇ ਵਿੱਚ ਇੱਕ ਦਰਵਾਜ਼ਾ ਸੀ ਜੋ ਤਹਿਖਾਨੇ ਕੋਲ ਜਾਂਦਾ ਸੀ। ਮੈਂ ਆਪਣੇ ਘਰ ਦੀ ਇੱਕ ਨੌਕਰਾਣੀ ਨੂੰ ਬਹੁਤ ਸਾਰੇ ਪੈਸੇ ਦਿੱਤੇ ਅਤੇ ਉਸ ਦੀ ਮਦਦ ਨਾਲ ਰੂਹੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਤਹਿਖਾਨੇ ਵਿੱਚ ਛੱਡ ਦਿੱਤਾ। ਨੌਕਰਾਣੀ ਨੂੰ ਸਮਝਾ ਦਿੱਤਾ ਕਿ ਤਹਿਖਾਨੇ ਵਿੱਚ ਇਸ ਨੂੰ ਬੰਦ ਕਰਨ ਤੋਂ ਬਾਅਦ ਮੇਰੇ ਇਸ਼ਾਰੇ ਨਾਲ ਹੀ ਇਸ ਨੂੰ ਖਾਣ ਪੀਣ ਨੂੰ ਦੇਣਾ, ਕਿਉਂਕਿ ਮੈਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦਾ ਸੀ। ਇਹ ਸਭ ਕਰਨਾ ਮੇਰੀ ਮਜਬੂਰੀ ਸੀ। ਨੌਕਰਾਣੀ ਦੇ ਜਾਂਦੇ ਹੀ ਮੈਂ ਰੌਲਾ ਪਾਉਣ ਲੱਗਿਆ। ਮੇਰੀ ਭੈਣ ਤੇ ਮੇਰੀ ਮਾਂ ਕਮਰੇ ਵਿੱਚ ਭੱਜੀਆਂ ਆਈਆਂ ਤੇ ਪੁੱਛਣ ਲੱਗੀਆਂ, ਕੀ ਹੋਇਆ? ਮੈਂ ਉਹਨਾਂ ਨੂੰ ਦੱਸਿਆ ਕਿ ਜਦੋਂ ਮੈਂ ਕਮਰੇ ਵਿੱਚ ਆਇਆ ਤਾਂ ਮੈਨੂੰ ਲੱਗਿਆ ਰੂਹੀ ਬਾਥਰੂਮ ਵਿੱਚ ਹੋਵੇਗੀ, ਪਰ ਮੈਂ ਕਾਫੀ ਇੰਤਜ਼ਾਰ ਕਰਨ ਦੇ ਬਾਅਦ ਜਦ ਚੈੱਕ ਕੀਤਾ ਤਾਂ ਉੱਥੇ ਵੀ ਨਹੀਂ ਸੀ। ਮੈਨੂੰ ਲੱਗਦਾ ਰੂਹੀ ਮੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਘਰ ਵਾਲਿਆਂ ਦੇ ਦਬਾਅ 'ਚ ਆ ਕੇ ਉਸਨੇ ਮੇਰੇ ਨਾਲ ਵਿਆਹ ਕਰਾ ਲਿਆ, ਪਰ ਹੁਣ ਉਹ ਮੈਨੂੰ ਲੱਗਦਾ ਹੈ ਇੱਥੋਂ ਭੱਜ ਗਈ। ਤਹਿਖਾਨਾ ਛੱਡ ਕੇ ਰੂਹੀ ਨੂੰ ਹਰ ਜਗ੍ਹਾ ਲੱਭਿਆ ਗਿਆ। ਰੂਹੀ ਨਾ ਮਿਲੀ। ਰਾਤ ਤਾਂ ਇਸੇ ਤਰ੍ਹਾਂ ਲੰਘ ਗਈ। ਦੂਜੇ ਦਿਨ ਮੇਰੀ ਮਾਂ ਨੇ ਰੂਹੀ ਦੇ ਘਰ ਵਾਲਿਆਂ ਨੂੰ ਦੱਸ ਦਿੱਤਾ, ਪਰ ਰੂਹੀ ਦੇ ਘਰ ਵਾਲੇ ਇਹ ਸਭ ਮੰਨਣ ਨੂੰ ਤਿਆਰ ਨਹੀਂ ਸੀ। ਮੇਰੀ ਮਾਂ ਨੇ ਰੂਹੀ ਦੇ ਪਾਪਾ ਨੂੰ ਸਮਝਾਇਆ ਕਿ ਜ਼ਰੂਰੀ ਨਹੀਂ ਤੁਹਾਡੀ ਬੇਟੀ ਦੇ ਮਨ ਦੀ ਹਰ ਗੱਲ ਤੁਸੀਂ ਸਮਝ ਸਕੋ। ਹੋ ਸਕਦਾ ਤੁਹਾਡੀ ਬੇਟੀ ਕਿਸੇ ਨੂੰ ਪਿਆਰ ਕਰਦੀ ਹੋਵੇ ਤੇ ਤੁਸੀਂ ਜਲਦਬਾਜ਼ੀ ਵਿੱਚ ਉਸ ਦਾ ਵਿਆਹ ਕਰ ਦਿੱਤਾ ਹੋਵੇ ਤੇ ਉਹਨੇ ਸਾਡੇ ਘਰ ਆਉਣ ਤੋਂ ਪਹਿਲਾਂ ਹੀ ਪਲਾਨ ਬਣਾ ਲਿਆ ਹੋਵੇ ਭੱਜਣ ਦਾ। ਮਜਬੂਰੀ ਵਿੱਚ ਆ ਕੇ ਰੂਹੀ ਦੇ ਪਿਤਾ ਨੂੰ ਨਾ ਚਾਹੁੰਦੇ ਹੋਏ ਵੀ ਸਾਡੀਆਂ ਗੱਲਾਂ ਤੇ ਯਕੀਨ ਕਰਨਾ ਪਿਆ। ਵਿਆਹ ਤੋਂ 2 ਦਿਨ ਬਾਅਦ ਸਾਡਾ ਰਿਸੈਪਸ਼ਨ ਸੀ। ਮੈਂ ਆਪਣੀ ਮਾਂ ਨੂੰ ਕਿਹਾ, ਮਾਂ, ਮੈਂ ਆਪਣੇ ਦੋਸਤਾਂ ਵਿੱਚ ਕੀ ਮੂੰਹ ਦਿਖਾਊਂਗਾ? ਤੇ ਵਿਆਹ ਤੋਂ ਪਹਿਲੀ ਰਾਤ ਹੀ ਮੇਰੀ ਘਰਵਾਲੀ ਮੈਨੂੰ ਛੱਡ ਕੇ ਭੱਜ ਗਈ। ਆਪਣੇ ਸਾਰੇ ਰਿਸ਼ਤੇਦਾਰ ਆਪਣਾ ਮਜ਼ਾਕ ਉਡਾਉਣਗੇ, ਇਸ ਲਈ ਰੂਹੀ ਦੇ ਪਾਪਾ ਨੂੰ ਕਹੋ ਕਿ ਉਹ ਆਪਣੀ ਵੱਡੀ ਬੇਟੀ ਦਾ ਵਿਆਹ ਮੇਰੇ ਨਾਲ ਕਰਵਾ ਦੇਣ। ਆਖਿਰ ਪਹਿਲਾਂ ਵੀ ਤਾਂ ਮੇਰਾ ਵਿਆਹ ਉਸ ਨਾਲ ਹੀ ਹੋਣਾ ਸੀ, ਤਾਂ ਕਿ ਲੋਕਾਂ ਨੂੰ ਕੁਝ ਪਤਾ ਨਾ ਚੱਲੇ ਤੇ ਆਪਣੀ ਬਣੀ ਬਣਾਈ ਇੱਜ਼ਤ ਰਹਿ ਜਾਵੇ। ਮਾਂ ਨੂੰ ਵੀ ਮੇਰੀ ਗੱਲ ਸਹੀ ਲੱਗੀ, ਕਿਉਂਕਿ ਸਾਡੇ ਘਰ ਦੀ ਇੱਜ਼ਤ ਦਾ ਸਵਾਲ ਸੀ।
ਉਹਨਾਂ ਨੇ ਬਹੁਤ ਹੀ ਸੋਚ ਸਮਝ ਕੇ ਇਹ ਗੱਲ ਮਾਹੀ ਦੇ ਪਾਪਾ ਨੂੰ ਕਹੀ। ਸਾਡੇ ਘਰ ਵਿੱਚ ਪੈਸੇ ਰੁਪਈਆਂ ਦੀ ਕੋਈ ਕਮੀ ਨਹੀਂ ਸੀ, ਕਿਉਂਕਿ ਮੈਂ ਵੀ ਵਿਦੇਸ਼ ਵਿੱਚ ਵਧੀਆ ਕਮਾ ਲੈਂਦਾ ਸੀ, ਇਸ ਕਰਕੇ ਉਹ ਗੱਲ ਮੰਨ ਗਏ। ਮੇਰਾ ਤੇ ਮਾਹੀ ਦਾ ਵਿਆਹ ਬਹੁਤ ਹੀ ਸਾਦੇ ਤਰੀਕੇ ਨਾਲ ਹੋ ਗਿਆ। ਹੁਣ ਮੈਂ ਬਹੁਤ ਜ਼ਿਆਦਾ ਖੁਸ਼ ਸੀ, ਕਿਉਂਕਿ ਉਹ ਹੀ ਸਭ ਕੁਝ ਹੋ ਰਿਹਾ ਸੀ ਜੋ ਮੈਂ ਚਾਹੁੰਦਾ ਸੀ। ਮੈਂ ਰੂਹੀ ਦੇ ਨਾਲ ਸਮਝੌਤੇ ਵਾਲੀ ਜ਼ਿੰਦਗੀ ਨਹੀਂ ਗੁਜ਼ਾਰਨਾ ਚਾਹੁੰਦਾ ਸੀ। ਮੈਂ ਸੋਚਿਆ ਸੀ ਕਿ ਮਾਹੀ ਨਾਲ ਵਿਆਹ ਕਰਕੇ ਰੂਹੀ ਨੂੰ ਆਜ਼ਾਦ ਕਰ ਦੇਵਾਂਗਾ ਤੇ ਕਹਿ ਦਿਆਂਗਾ ਕਿ ਇਸ ਦੇ ਆਸ਼ਿਕ ਨੇ ਨਹੀਂ ਰੱਖਿਆ ਤੇ ਹੁਣ ਇਹ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨ ਲਈ ਮੈਨੂੰ ਕਸੂਰਵਾਰ ਠਹਿਰਾ ਰਹੀ ਆ। ਮਾਹੀ ਨਾਲ ਵਿਆਹ ਕਰਨ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਖੁਸ਼ ਸੀ, ਕਿਉਂਕਿ ਮੈਂ ਜਿਸ ਨੂੰ ਚਾਹਿਆ ਸੀ ਉਸ ਨੂੰ ਪਾਉਣ ਲਈ ਬਹੁਤ ਹੀ ਮੁਸ਼ਕਲ ਭਰੇ ਰਾਹ ਚੁਣੇ ਸੀ। ਜਦੋਂ ਮੈਂ ਆਪਣੇ ਕਮਰੇ ਵਿੱਚ ਗਿਆ ਤੇ ਮਾਹੀ ਦੇ ਚਿਹਰੇ ਤੋਂ ਦੁਪੱਟਾ ਹਟਾਇਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਇਹ ਮਾਹੀ ਨਹੀਂ ਰੂਹੀ ਸੀ ਜਿਸ ਨੂੰ ਮੈਂ ਤਹਿਖਾਨੇ ਵਿੱਚ ਛੱਡਿਆ ਸੀ। ਹਜੇ ਮੈਂ ਇਹ ਸਭ ਸੋਚ ਹੀ ਰਿਹਾ ਸੀ ਤਾਂ ਮੇਰੇ ਪਿੱਛੋਂ ਤਾੜੀਆਂ ਦੀ ਆਵਾਜ਼ ਆਈ। ਉਹ ਮਾਹੀ ਸੀ। ਮਾਹੀ ਨੇ ਹੱਸਦੇ ਹੋਏ ਕਿਹਾ, ਬੱਲੇ ਤੇਰੇ ਪ੍ਰਦੀਪ, ਤੂੰ ਤਾਂ ਸਾਡੀ ਦੋਨਾਂ ਦੀ ਜ਼ਿੰਦਗੀ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ। ਜਦੋਂ ਤੁਸੀਂ ਫੋਨ ਕਰਕੇ ਇਹ ਕਿਹਾ ਸੀ ਕਿ ਤੇਰੀ ਭੈਣ ਆਸ਼ਿਕ ਨਾਲ ਭੱਜ ਗਈ, ਮੈਨੂੰ ਯਕੀਨ ਨਹੀਂ ਹੋਇਆ ਸੀ, ਪਰ ਮੈਂ ਉਸ ਸਮੇਂ ਚੁੱਪ ਰਹੀ, ਕਿਉਂਕਿ ਮੈਨੂੰ ਪਤਾ ਸੀ ਮੇਰੇ ਤੇ ਕਿਸੇ ਨੇ ਵਿਸ਼ਵਾਸ ਨਹੀਂ ਕਰਨਾ। ਇਸ ਕਰਕੇ ਮੈਂ ਤੇਰੇ ਨਾਲ ਵਿਆਹ ਕੀਤਾ ਤੇ ਵਿਆਹ ਕਰਕੇ ਇਸ ਕਮਰੇ ਵਿੱਚ ਆਈ। ਕਮਰੇ ਦੇ ਚਾਰੇ ਪਾਸੇ ਵੇਖਿਆ ਕਿ ਕਮਰੇ ਦੇ ਬਾਹਰ ਵੀ ਕੋਈ ਦਰਵਾਜ਼ਾ ਹੈ ਜਿਸ ਰਾਹੀਂ ਮੇਰੀ ਭੈਣ ਬਾਹਰ ਨਿਕਲੀ ਹੋਵੇਗੀ। ਜਦੋਂ ਮੈਂ ਤਹਿਖਾਨੇ ਦੇ ਦਰਵਾਜ਼ੇ ਨੂੰ ਵੇਖਿਆ ਤਾਂ ਉਸ ਦੇ ਅੰਦਰ ਗਈ। ਅੰਦਰ ਮੈਨੂੰ ਰੋਣ ਦੀ ਆਵਾਜ਼ ਆ ਰਹੀ ਸੀ। ਜਦੋਂ ਅੱਗੇ ਜਾ ਕੇ ਵੇਖਿਆ ਤਾਂ ਰੂਹੀ ਅੱਧ ਹੋਸ਼ ਵਿੱਚ ਜ਼ਮੀਨ ਤੇ ਪਈ ਸੀ। ਪਰ ਮੈਨੂੰ ਇਹ ਸਮਝ ਨਹੀਂ ਆਉਂਦਾ, ਤੂੰ ਸਾਡੇ ਦੋਨਾਂ ਭੈਣਾਂ ਨਾਲ ਇਹ ਸਭ ਕਿਉਂ ਕੀਤਾ? ਮੈਂ ਮਾਹੀ ਦੇ ਸਵਾਲ ਸੁਣ ਕੇ ਉੱਚੀ ਉੱਚੀ ਰੋਣ ਲੱਗਿਆ ਅਤੇ ਉਸ ਨੂੰ ਸਾਰੀ ਸੱਚਾਈ ਦੱਸ ਦਿੱਤੀ। ਰੂਹੀ ਨੇ ਕਿਹਾ, ਤੂੰ ਆਪਣੀ ਖੁਸ਼ੀ ਲਈ ਸਾਡੀ ਦੋਨਾਂ ਭੈਣਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਮਾਹੀ ਤੇ ਰੂਹੀ ਮੈਨੂੰ ਛੱਡ ਕੇ ਚਲੀਆਂ ਗਈਆਂ। ਇੱਕ ਛੋਟੀ ਜਿਹੀ ਗਲਤਫਹਿਮੀ ਨੇ ਮਾਹੀ, ਰੂਹੀ ਅਤੇ ਪ੍ਰਦੀਪ ਤਿੰਨਾਂ ਦੀ ਜ਼ਿੰਦਗੀ ਇਸ ਮੋੜ ਤੇ ਲਿਆ ਕੇ ਖੜਾ ਦਿੱਤਾ। ਇਸ ਲਈ ਕਹਿੰਦੇ ਆ ਕਿ ਕੁਝ ਵੀ ਕਰਨ ਤੋਂ ਪਹਿਲਾਂ ਉਸ ਦੇ ਬਾਰੇ ਵਿੱਚ ਪੂਰਾ ਪਤਾ ਕਰ ਲੈਣਾ ਚਾਹੀਦਾ ਹੈ ਕਿ ਕੀ ਸਹੀ ਆ ਕੀ ਗਲਤ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।